ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਬਾਣੀ ਸਾਹਿਬ ਜੀ ਦੀ ਵਿਚਾਰ ਜੋ ਆਪ ਸੰਗਤਾਂ ਦੇ ਗੁਰੂ ਸਾਹਿਬ ਜੀ ਦੇ ਸਹਿਯੋਗ ਨਾਲ ਅਪਾਰ ਕਿਰਪਾ ਸਦਕਾ ਪ੍ਰਾਰੰਭ ਹੋਈ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਤਿੰਨਾਂ ਦੀ ਵਿਚਾਰ ਪੰਜਵੀਂ ਅਸ਼ਟਪਦੀ ਦੇ ਤੀਜੇ ਪਦੇ ਤੱਕ ਵਿਚਾਰ ਹੋਈ ਹੈ। ਸੋ ਅੱਜ ਅਸੀਂ ਪੰਜਵੀਂ ਅਸ਼ਟਪਦੀ ਦੇ ਚੌਥੇ ਪਦੇ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਲਾਹਾ ਲੈਣ ਦਾ ਯਤਨ ਕਰੀਏ। ਵਾਹਿਗੁਰੂ ਸਾਹਿਬ ਜੀ। ਮਿਥਿਆ ਤਨ ਧਨ ਕੁਟੰਬ ਸਬਾਇਆ। ਇੱਥੇ ਮਿਥਿਆ ਦਾ ਅਰਥ ਸਾਧ ਸੰਗਤ ਜੀ ਨਾਸ਼ਵੰਤ ਸਮਝਣਾ, ਅਣਹੋਇਆ ਪ੍ਰਤੀਤ ਹੋ ਰਿਹਾ ਹੈ, ਜਿਹੜਾ ਸਰੀਰ ਪ੍ਰਤੀਤ ਹੋ ਰਿਹਾ ਹੈ। ਮਿਥਿਆ ਉਸ ਪਦਾਰਥ ਨੂੰ ਕਹਿੰਦੇ ਆ ਜਿਹੜਾ ਪ੍ਰਤੀਤ ਹੋਵੇ ਪਰ ਹੋਵੇ ਨਾ। ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਹੁੰਦਾ ਨਹੀਂ ਹੈ ਪਰ ਪ੍ਰਤੀਤ ਹੁੰਦਾ ਹੈ। ਪਾਣੀ ਦੀ ਥਾਂ ਰੇਤ ਹੁੰਦੀ ਹੈ। ਇਵੇਂ ਸਿੱਪੀ ਵਿੱਚ ਜਿਵੇਂ ਚਾਂਦੀ ਪ੍ਰਤੀਤ ਹੁੰਦੀ ਹੈ ਪਰ ਹੁੰਦੀ ਨਹੀਂ ਹੈ, ਇਸ ਪ੍ਰਕਾਰ ਪਦਾਰਥ ਪ੍ਰਤੀਤ ਹੁੰਦੇ ਪਰ ਹੁੰਦੇ ਨਹੀਂ। ਹਜ਼ੂਰ ਫਰਮਾਉਂਦੇ ਹਨ ਕਿ ਇਹ ਜਿਹੜਾ ਸਰੀਰ ਹੈ, ਇਹ ਵੀ 100 ਕੁ ਸਾਲ ਪਹਿਲਾਂ ਨਹੀਂ ਅਤੇ ਬਾਅਦ 'ਚ ਵੀ ਨਹੀਂ ਰਹਿਣਾ। ਇਸ ਕਰਕੇ ਇਹ ਸਰੀਰ ਵੀ ਮਿਥਿਆ ਅਣਹੋਇਆ ਹੀ ਪ੍ਰਤੀਤ ਹੁੰਦਾ ਹੈ ਅਤੇ ਧਨ ਵੀ ਕਿਸੇ ਦੇ ਸਾਥ ਨਹੀਂ ਗਿਆ। ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ। ਰਾਵਨ ਹੂੰ ਤੇ ਅਧਿਕ ਛਤਰਪਤ, ਖਿਨ ਮਹਿ ਗਏ ਬਿਲਾਤ। ਸਾਰਾ ਕੁਟੰਬ, ਸਾਰਾ ਪਰਿਵਾਰ ਹੀ ਸਬਾਇਆ ਹੋਰ। ਮਿਥਿਆ ਹਉਮੈ ਮਮਤਾ ਮਾਇਆ। ਜਿਹੜੀ ਹਉਮੈ ਦੇਹ ਦੀ ਕਰਦਾ, ਇਹ ਵੀ ਅਣਹੋਈ ਚੰਬੜੀ ਹੈ ਤੈਨੂੰ। ਜਿਹੜੀ ਮਮਤਾ ਮਾਇਆ ਦੀ ਮੇਰ ਹੈ, ਇਹ ਵੀ ਅਣਹੋਈ ਚੰਬੜੀ, ਅਣਹੋਈ ਕਰੀ ਬੈਠਾ ਹੈ। ਮਿਥਿਆ ਰਾਜ ਜੋਬਨ ਧਨ ਮਾਲ। ਅਤੇ ਰਾਜ ਜਿਹੜਾ ਹੈ, ਇਹ ਵੀ ਅਣਹੋਇਆ ਹੀ ਤੈਨੂੰ ਪ੍ਰਤੀਤ ਹੋ ਰਿਹਾ ਹੈ। ਜਵਾਨੀ ਵੀ ਸਦਾ ਨਹੀਂ ਰਹਿਣੀ। ਧਨ ਦੌਲਤ ਮਾਲ ਹਾਥੀ ਘੋੜੇ ਆਦਿਕ ਵੀ ਨਾਸ਼ਵੰਤ ਹਨ। ਮਿਥਿਆ ਕਾਮ ਕ੍ਰੋਧ ਵਿਕਰਾਲ। ਜਿਹੜਾ ਵਿਕਾਰਾਂ ਦੇ ਫੁਰਨਿਆਂ ਵਿੱਚ ਰੁੜਿਆ ਫਿਰਦਾ, ਇਹ ਵੀ ਅਣਹੋਏ ਹੀ ਚੰਬੜੇ ਹੋਏ ਆ ਤੈਨੂੰ। ਇਸ ਪ੍ਰਕਾਰ ਕ੍ਰੋਧ ਵੀ ਤੈਨੂੰ ਵਿਕਰਾਲ, ਖਰਾਬ ਕਰਨ ਵਾਲਾ, ਭਿਆਨਕ। ਮਿਥਿਆ ਰਥ ਹਸਤੀ ਅਸਵ ਬਸਤਰਾ। ਚੰਗੇ ਚੰਗੇ ਰਥ, ਜੰਗੀ ਮੋਟਰਾਂ, ਅੱਜ ਕੱਲ੍ਹ ਹਾਥੀ ਘੋੜੇ ਬਸਤਰ ਆਦਿਕ, ਇਹ ਵੀ ਸਭ ਨਾਸ਼ਵੰਤ ਹਨ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਜਿਹੜਾ ਮਾਇਆ ਦੇ ਰੰਗ ਪ੍ਰੇਮ ਨਾਲ ਸੰਗੀ ਹੋ ਕੇ
ਬੜਾ ਖਲਬਲੀਆਂ ਕਰਦੇ ਵੇਖਦਾ ਹੱਸਦਾ, ਇਹ ਵੀ ਸਭ ਤੇਰੇ ਨਾਸ਼ਵੰਤ ਹੀ ਹਨ। ਇਹ ਮਾਇਆ ਦੇ ਆਨੰਦ ਵੀ, ਇਹਨਾਂ ਦਾ ਤੂੰ ਸੰਗੀ ਹੋ ਕੇ ਵੇਖ ਵੇਖ ਕੇ ਹੱਸਣ ਵਾਲਾ ਵੀ, ਸਭ ਐਵੇਂ ਨਾਸ਼ਵੰਤ ਹੀ, ਝੂਠੇ ਹੀ ਪ੍ਰਤੀਤ ਹੋ ਰਹੇ ਹਨ। ਮਿਥਿਆ ਧਰੋਹ ਮੋਹ ਅਭਿਮਾਨ, ਜਿਹੜਾ ਧੋਖੇਬਾਜ਼ੀ ਕਰਦਾ, ਛਲ ਕਰਦਾ, ਇਹ ਵੀ ਤੇਰਾ ਨਾਸ਼ਵੰਤ ਹੀ ਹੈ। ਜਿਹੜਾ ਮੋਹ ਕਰਦਾ, ਇਹ ਵੀ ਨਾਸ਼ ਹੋ ਜਾਏਗਾ। ਜਿਹੜਾ ਅਭਿਮਾਨ ਕਰਦਾ, ਇਹ ਵੀ ਨਾਸ਼ ਹੋ ਜਾਏਗਾ। ਮਿਥਿਆ ਆਪਸ ਉਪਰ ਕਰਤ ਗੁਮਾਨ, ਆਪਣੇ ਉੱਤੇ ਬੜਾ ਹੰਕਾਰ ਕਰਦਾ ਕਿ ਮੇਰੇ ਵਰਗਾ ਕੋਈ ਸੋਹਣਾ ਨਹੀਂ, ਮੇਰੇ ਵਰਗਾ ਕੋਈ ਗੁਣੀ ਗਿਆਨੀ ਨਹੀਂ, ਮੇਰੇ ਵਰਗਾ ਰਈਸ ਭਾਵ ਅਮੀਰ ਕੋਈ ਨਹੀਂ। ਇਹ ਵੀ ਤੇਰਾ ਆਪਣੇ ਉੱਪਰ ਹੰਕਾਰ ਹੈ। ਅਣਹੋਇਆ ਹੀ ਚੰਬੜਿਆ ਹੋਇਆ ਤੈਨੂੰ। ਅਸਥਿਰ ਭਗਤ ਸਾਧ ਕੀ ਸਰਨ, ਇਹ ਸਾਰੀਆਂ ਚੀਜ਼ਾਂ ਨਾਸ਼ਵੰਤ ਹਨ। ਸਿਰਫ ਸਥਿਰ ਰਹਿਣ ਵਾਲੀ ਭਗਤੀ ਹੈ ਪਰਮੇਸ਼ਰ ਦੀ। ਸਾਧ ਸੰਗਤ ਦੀ ਸ਼ਰਨ ਪੈ ਕੇ ਪ੍ਰਾਪਤ ਹੁੰਦੀ ਹੈ। ਸਾਧੂਆਂ ਦੀ ਸ਼ਰਨ ਰਹਿਣਾ ਤੇ ਭਗਤੀ ਕਰਨੀ, ਇਹ ਵਾਹਿਗੁਰੂ ਦੇ ਸਥਿਤ ਹੋਣ ਵਾਲੇ ਸਾਧਨ ਹਨ। ਨਾਨਕ ਜਪ ਜਪ ਜੀਵੈ ਹਰਿ ਕੇ ਚਰਨ, ਸਤਿਗੁਰੂ ਸਾਹਿਬ ਜੀ ਕਹਿੰਦੇ, ਹਰੀ ਅਕਾਲ ਪੁਰਖ ਦੇ ਪੂਜਨੀਕ ਜੋ ਚਰਨ ਕਮਲ ਹਨ, ਉਹਨਾਂ ਦਾ ਧਿਆਨ ਧਾਰ ਕੇ ਜਪ ਜਪ ਕੇ ਮਹਾਰਾਜ ਆਪ ਦੇ ਚਰਨ ਸਾਡੇ ਹਿਰਦੇ 'ਚ ਵਸਣ, ਇਸ ਪ੍ਰਕਾਰ ਜਿਉਂਦੇ ਹੋਈਦਾ ਹੈ। ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਇਹ ਭਾਈ ਜੋ ਕੰਨਾਂ ਕਰਕੇ ਪਰਾਈ ਨਿੰਦਿਆ ਸੁਣਦਾ, ਇਹ ਵੀ ਤੇਰੇ ਲਈ ਚੰਗੀ ਨਹੀਂ, ਬਹੁਤ ਤੈਨੂੰ ਇਹ ਨਾਸ਼ ਕਰਨ ਵਾਲੀ ਹੈ। ਸਰਵਣ, ਤੇਰੇ ਪਰਾਈ ਨਿੰਦਿਆ ਸੁਣ ਕੇ ਭੈੜੇ ਗੰਧਲੇ ਹੋ ਰਹੇ ਹਨ। ਮਿਥਿਆ ਹਸਤ ਪਰ ਦਰਬ ਕੋ ਹਿਰਹਿ, ਅਤੇ ਨਾਸ਼ ਹੋ ਜਾਣ ਵਾਲੇ ਹੱਥ ਆ ਤੇਰੇ, ਜਿਨ੍ਹਾਂ ਕਰਕੇ ਇਹਨਾਂ ਹੱਥਾਂ ਨਾਲ ਤੂੰ ਪਰਾਇਆ ਧਨ ਚੋਰੀ ਕਰਦਾ। ਹੱਥ ਕੱਟੇ ਜਾਣਗੇ ਤੇਰੇ, ਪਰਾਇਆ ਧਨ ਚੋਰੀ ਕਰਦਾ, ਕੋਈ ਟਹਿਲ ਵੀ ਨਹੀਂ ਕਰ ਸਕਦਾ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਇਹ ਤੇਰੇ ਨੇਤਰ ਜਿਹੜੇ ਹਨ, ਇਹੋ ਜਿਹੇ ਨਾਸ਼ ਹੋ ਜਾਣ ਵਾਲੇ ਹਨ। ਮਿਥਿਆ ਹਨ, ਜਿਨ੍ਹਾਂ ਨਾਲ ਵੇਖਦਾ ਪਰਾਈਆਂ ਇਸਤਰੀਆਂ ਦੇ ਰੂਪ ਆਦਿਕ ਨੰਗੇਜ ਨੂੰ ਵੇਖਦਾ ਹੈ। ਇਸ ਪ੍ਰਕਾਰ ਦੇ ਤੇਰੇ ਭੈੜੇ ਸੁਭਾਅ ਹਨ ਜਿਹੜੇ। ਮਿਥਿਆ ਰਸਨਾ ਭੋਜਨ ਅੰਨ ਸਵਾਦ, ਜਿਹੜਾ ਰਸਨਾ ਕਰਕੇ ਅੰਨ ਦਵੈਤ ਵਾਲੇ ਕਿਸੇ ਦਾ ਮਾਸ ਕੱਟ ਕੇ ਖਾਣਾ, ਇਸ ਪ੍ਰਕਾਰ ਦੀ ਹਾਲਤ ਹੈ ਜਿਹੜੀ ਤੇਰੀ। ਹੋਰ ਸਵਾਦਾਂ ਵਿੱਚ ਲੱਗਾ ਹੋਇਆ, ਅੰਨ ਖਾਣਾ ਕੱਪੜ ਪਹਿਨਣ ਦੀਆ, ਉਹਨੂੰ ਛੱਡ ਕੇ ਹੋਰਨਾਂ ਸਵਾਦਾਂ ਵਿੱਚ ਲੱਗਾ। ਇਹ ਜਿਹੜੇ ਸਵਾਦਾਂ ਕਰਕੇ, ਰਸਨਾ ਕਰਕੇ ਭੋਜਨ ਖਾਂਦਾ, ਸਭ ਨਾਸ਼ਵੰਤ ਹੋ ਜਾਣਗੇ। ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਹੈ, ਜਿਹੜਾ ਪੈਰਾਂ ਕਰਕੇ ਪਰਾਏ ਘਰਾਂ ਨੂੰ ਵਿਕਾਰ ਭੋਗਣ ਵਾਸਤੇ ਦੌੜਦਾ ਜਾਂਦਾ ਹੈ, ਇਹ ਵੀ ਤੇਰੇ ਪੈਰ ਵੱਢੇ ਜਾਣਗੇ। ਭਾਵ ਵੱਢੇ ਜਾਣ ਵਾਲੇ ਮਿਥਿਆ ਅਣਹੋਏ ਨਾਸ਼ਵੰਤ ਹਨ। ਮਿਥਿਆ ਮਨ ਪਰ ਲੋਭ ਲੁਭਾਵੈ ਹੈ, ਜਿਹੜਾ ਮਨ ਵਿੱਚ ਪਰਾਏ ਪਦਾਰਥਾਂ 'ਚ ਲੋਭ ਕਰਕੇ ਲੁਭਾਏਮਨ ਹੁੰਦਾ, ਬਹੁਤ ਸਾਰਾ ਉਹਦੇ 'ਤੇ ਆਸ਼ਿਕ ਹੋ ਜਾਂਦਾ, ਇਹ ਵੀ ਤੈਨੂੰ ਮਿਥਿਆ ਅਣਹੋਇਆ ਹੀ ਤੈਨੂੰ ਨਾਸ਼ਵੰਤ ਚੀਜ਼ਾਂ ਚੰਬੜੀਆਂ ਹੋਈਆਂ ਹਨ। ਮਿਥਿਆ ਤਨ ਨਹੀਂ ਪਰ ਉਪਕਾਰਾ, ਇਹ ਸਰੀਰ ਵੀ ਮਿਥਿਆ ਅਣਹੋਇਆ ਹੀ ਹੈ ਤੇਰਾ, ਜਿਹਦੇ ਨਾਲ ਪਰ ਉਪਕਾਰ ਨਹੀਂ ਕਰ ਸਕਦਾ, ਪਰ ਦੁਸ਼ਮਣ 'ਤੇ ਵੀ ਉਪਕਾਰ ਕਰਨਾ। ਜਿਸ ਪ੍ਰਕਾਰ ਇੱਕ ਮਹਾਂਪੁਰਖ ਸਨ,
ਇੱਕ ਬਿੱਛੂ ਸੀ ਪਾਣੀ ਵਿੱਚ ਰੁੜਿਆ ਜਾਂਦਾ, ਬੇਹੋਸ਼ ਹੋਇਆ। ਉਸ ਨੂੰ ਚੱਕ ਕੇ ਬਾਹਰ ਕੱਢਣ ਉਹ ਡੰਗ ਮਾਰੇ ਅਤੇ ਹਿੱਲ ਕੇ ਡਿੱਗ ਪਵੇ। ਕਿਸੇ ਨੇ ਕਿਹਾ, ਸੰਤ ਜੀ, ਇਹ ਬਿੱਛੂ ਹੈ, ਡੰਗ ਮਾਰਦਾ ਹੈ, ਕਾਹਨੂੰ ਕੱਢਦੇ ਹੋ? ਸੰਤ ਜੀ ਕਹਿੰਦੇ, ਭਾਈ, ਇਹ ਆਪ ਦਾ ਸੁਭਾਅ ਡੰਗ ਮਾਰਨਾ ਨਹੀਂ ਛੱਡਦਾ। ਇਸ ਤਰ੍ਹਾਂ ਮੈਂ ਆਪ ਦਾ ਸੁਭਾਅ ਪਰਉਪਕਾਰ ਵਾਲਾ ਸੁਭਾਅ ਕਿਵੇਂ ਛੱਡ ਦੇਵਾਂ? ਇਸ ਪ੍ਰਕਾਰ ਕੋਈ ਕਿੰਨੀ ਵੀ ਦੁਸ਼ਮਣੀ ਕਰੇ ਉਹਦੇ ਤੇ ਫੇਰ ਵੀ ਉਪਕਾਰ ਕਰਨਾ। ਸੋ ਜਿਸ ਸਰੀਰ ਵਿੱਚ ਪਰਉਪਕਾਰ ਨਹੀਂ ਹੈ, ਉਹ ਸਾਰੇ ਸਰੀਰ ਮਿਥਿਆ ਨਾਸ਼ਵੰਤ ਹੀ ਹਨ। ਮਿਥਿਆ ਬਾਸ ਲੇਤ ਬਿਕਾਰਾ। ਜਿਹੜੀਆਂ ਬਾਸ ਲੇਤ ਤ੍ਰਿਫਲੇ ਆਦਿ ਦੀਆਂ ਵਾਸ਼ਨਾ ਲੈਂਦਾ ਵਿਕਾਰਾਂ ਵਾਸਤੇ, ਇਹ ਵੀ ਸਭ ਨਾਸ਼ਵੰਤ ਹੀ ਹਨ। ਬਿਨ ਬੂਝੇ ਮਿਥਿਆ ਸਭ ਭਏ। ਬਿਨਾਂ ਵਾਹਿਗੁਰੂ ਦੇ ਸਰੂਪ ਗੁਰਾਂ ਦੇ ਪੁੱਛੇ ਤੋਂ ਬਗੈਰ, ਸਮਝੇ ਤੋਂ ਬਗੈਰ ਸਭ ਨਾਸ਼ ਹੀ ਹੋ ਗਏ ਹਨ। ਮਿੱਥੇ ਵਿਅਰਥ ਹੀ ਹੋ ਗਏ ਸਭ ਸਾਰੇ ਜਿੰਨੇ ਕਰਤਬ ਸਨ। ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਸਤਿਗੁਰੂ ਸਾਹਿਬ ਜੀ ਕਹਿੰਦੇ, ਸਫਲੀ ਉਹਨਾਂ ਦੀ ਦੇਹ ਹੈ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕੀਤਾ ਹੈ, ਭਾਵ ਲੈਣਾ ਕੀਤਾ ਹੈ। ਬਿਰਥੀ ਸਾਕਤ ਕੀ ਆਰਜਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੜੀ ਉਮਰ ਹੈ ਸਾਰੀ ਨਿਸਫਲ ਜਾਂਦੀ ਹੈ। ਸਾਚ ਬਿਨਾ ਕਹਿ ਹੋਵਤ ਸੂਚਾ। ਸੱਚੇ ਨਾਮ ਜਪੇ ਤੋਂ ਬਗੈਰ ਸੁੱਚਾ ਪਵਿੱਤਰ ਕਿਵੇਂ ਹੋ ਸਕਦਾ? ਭਾਵੇਂ ਕਿੰਨਿਆਂ ਤੀਰਥਾਂ ਤੇ ਇਸ਼ਨਾਨ ਕਰ ਆ, ਬਿਰਥਾ ਨਾਮ ਬਿਨਾ ਤਨ ਅੰਧ। ਮਹਾਰਾਜ ਦੇ ਨਾਮ ਤੋਂ ਬਿਨਾ ਸਰੀਰ ਤਾਂ ਅੰਧਾ ਅਗਿਆਨੀ ਹੈ। ਇਹ ਸਵੈ ਸੱਤਾਹੀਣ ਅੰਧਾ ਹੈ। ਇਹਨੂੰ ਆਪਣਾ ਗਿਆਨ ਨਹੀਂ, ਆਪਣੇ ਆਪ ਦਾ। ਇਹ ਨਾਸ਼ਵੰਤ ਬਿਅਰਥ ਹੈ ਸਰੀਰ। ਮੁਖ ਆਵਤ ਤਾਕੈ ਦੁਰਗੰਧ। ਉਹਦੇ ਮੂੰਹੋਂ ਸਾਧ ਸੰਗਤ ਜੀ ਵਿਸ਼ਿਆਂ ਵਾਲੀਆਂ ਗੱਲਾਂ ਦੀ ਦੁਰਗੰਧੀ ਨਿਕਲਦੀ ਹੈ। ਉਹਨਾਂ ਦੇ ਮੁਖੋਂ ਭਗਤੀ ਵਾਲੇ, ਪ੍ਰੇਮ ਵਾਲੇ ਬਚਨ ਨਹੀਂ ਨਿਕਲਦੇ। ਉਹਨਾਂ ਮੂੰਹੋਂ ਦੁਰਗੰਧੀਆਂ ਨਿਕਲਦੀਆਂ ਜਦੋਂ ਨਿੰਦਿਆ ਕਿਸੇ ਦੀ ਕਰਦੇ ਹਨ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ। ਬਿਨਾਂ ਪਰਮੇਸ਼ਰ ਦੇ ਸਿਮਰਨ ਤੋਂ ਜਿਹੜੇ ਰਾਤ ਦੇ ਦਿਨ ਗੁਜ਼ਰਦੇ ਆ, ਇਹ ਸਾਰੇ ਵਿਅਰਥ ਨਿਸਫਲ ਹੀ ਜਾਂਦੇ ਹਨ, ਭਾਵ ਵਿਅਰਥ ਹੀ ਬਤੀਤ ਹੁੰਦੇ ਹਨ। ਮੇਘ ਬਿਨਾ ਜਿਉ ਖੇਤੀ ਜਾਏ। ਜਿਵੇਂ ਬੱਦਲ ਤੋਂ ਬਗੈਰ ਮੇਘ ਬੱਦਲ ਨੂੰ ਕਿਹਾ ਹੈ ਸਾਧ ਸੰਗਤ ਜੀ। ਜਿਵੇਂ ਬੱਦਲ ਤੋਂ ਬਗੈਰ ਖੇਤੀ ਬੀਜੀ ਹੋਈ ਜਿਹੜੀ ਹੈ ਉਹ ਸੜ ਜਾਂਦੀ ਹੈ, ਇਸੇ ਪ੍ਰਕਾਰ ਗੁਰੂ ਸੱਚੇ ਪਾਤਸ਼ਾਹ ਦੇ ਸਿਮਰਨ ਭਜਨ ਕੀਤੇ ਹੋਏ ਤੋਂ ਬਗੈਰ ਸ਼ੁਭ ਗੁਣਾਂ ਦੀ ਖੇਤੀ ਇਉਂ ਹੀ ਚਲੀ ਜਾਂਦੀ ਹੈ, ਸੜ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਵਾਹਿਗੁਰੂ ਦਾ ਸਿਮਰਨ ਕਰੇ ਤੋਂ ਬਗੈਰ ਜਿੰਨੇ ਕੰਮ ਕਰਦਾ ਸਭ ਨਿਸਫਲ ਹਨ। ਜਿਉ ਕਿਰਪਨ ਕੇ ਨਿਰਾਰਥ ਦਾਮ। ਜਿਵੇਂ ਸੂਮਾਂ ਦੇ ਦਾਨ ਦਮੜੇ ਵਿਅਰਥ ਜਾਂਦੇ ਨੇ, ਕਿਸੇ ਕੰਮ ਨਹੀਂ ਆਉਂਦੇ। ਸ਼ੂਮ ਆਪਣੀ ਹੱਥੀਂ ਕੋਈ ਦਾਨ ਪੁੰਨ ਕਰ ਨਹੀਂ ਸਕਦਾ ਤੇ ਮਗਰੋਂ ਉਹ ਨਿਸਫਲ ਜਾਂਦੇ ਹਨ। ਜਿਵੇਂ ਇੱਕ ਸੂਮ ਸੀ ਸਾਧ ਸੰਗਤ ਜੀ, ਉਹ ਮਰਨ ਲੱਗਾ, ਜਮਦੂਤਾਂ ਨੂੰ ਕਹਿਣ ਲੱਗਾ ਕਿ ਮੇਰੇ ਪਾਸੋਂ ਅੱਧਾ ਧਨ ਲੈ ਲਓ ਤੇ ਮੈਨੂੰ ਛੱਡ ਦਿਓ। ਜਮਦੂਤ ਕਹਿਣ ਲੱਗੇ, ਇਉਂ ਪੈਸੇ ਲੈਣ ਲੱਗੇ ਤਾਂ ਸਾਰੇ ਲੋਕੀ ਬਚ ਜਾਇਆ ਕਰਨਗੇ, ਕੌਣ ਮਰੂਗਾ? ਫਿਰ ਕਹਿੰਦਾ, ਮੈਥੋਂ ਤੀਜਾ ਹਿੱਸਾ ਲੈ ਲਓ। ਜਮਦੂਤ ਕਹਿੰਦੇ, ਨਹੀਂ। ਕਹਿੰਦਾ, ਸਾਰਾ ਹੀ ਲੈ ਜਾਓ।
ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲੂੰ। ਫੇਰ ਸੂਮ ਕਹਿਣ ਲੱਗਾ, ਮਾਇਆ ਨਾਲ ਮੈਨੂੰ ਗੱਲ ਤਾਂ ਕਰ ਲੈਣ ਦਿਓ। ਮਾਇਆ ਕੋਲ ਗਿਆ, ਕਹਿਣ ਲੱਗਾ, ਇਹ ਮਾਇਆ, ਮੈਂ ਤੈਨੂੰ ਚੰਗੀ ਤਰ੍ਹਾਂ ਸਾਂਭ ਕੇ ਬੈਂਕਾਂ 'ਚ ਰੱਖਿਆ, ਹਵਾ ਨਹੀਂ ਲੱਗਣ ਦਿੱਤੀ, ਤੇ ਤੂੰ ਮੇਰੀ ਕੋਈ ਸਹਾਇਤਾ ਕਰ। ਉਹ ਕਹਿਣ ਲੱਗੀ, ਜਾ ਪਾਪੀਆ, ਨਰਕ 'ਚ ਪਾਓ। ਜੇ ਤੂੰ ਪੁੰਨ ਦਾਨ ਕਰਦਾ, ਚੰਗੇ ਪਾਸੇ ਲਾਉਂਦਾ, ਤਾਂ ਮੈਂ ਤੇਰੀ ਸਹਾਇਤਾ ਕਰਦੀ, ਕੋਈ ਮਦਦ ਕਰਦੀ। ਸੋ ਇਸ ਪ੍ਰਕਾਰ ਸਗੋਂ ਸਰਾਪ ਹੀ ਮਿਲਿਆ। ਇਉਂ ਸੂਮ ਦੇ ਦਮੜੇ ਨਿਰਾਰਥ ਵਿਅਰਥ ਜਾਂਦੇ ਆ। ਫਿਰ ਉਹ ਸੂਮ ਧਨ ਦੇ ਪੌਂਡ ਵਟਾ ਕੇ ਮੂੰਹ ਰਾਹੀਂ ਨਿਕਲ ਗਿਆ। ਲੋਕੀ ਕਹਿਣ ਲੱਗੇ, ਧਨ ਸੀ ਇਹਦਾ ਕਿੱਥੇ ਗਿਆ? ਜਦੋਂ ਚਿਖਾ ਤੇ ਉਸ ਨੂੰ ਚਿਣ ਦਿੱਤਾ ਤੇ ਉਹਦੇ ਵਿੱਚੋਂ ਸੋਨਾ ਪੌਂਡ ਮੂੰਹੋਂ ਨਿਕਲੇ। ਲੋਕੀ ਕਹਿਣ ਲੱਗੇ, ਚਲੋ ਆਪ ਤਾਂ ਇਹ ਪੁੰਨ ਦਾਨ ਨਹੀਂ ਕਰ ਸਕਿਆ, ਅਸੀਂ ਹੀ ਇਸ ਦੇ ਇਹ ਦਾਨ ਕਰ ਦਿੰਦੇ ਹਾਂ। ਉਹਦੇ ਤਾਈਂ ਲੰਗਰ ਲਾਇਆ, ਤੇ ਜਦੋਂ ਸਾਧੂਆਂ ਬ੍ਰਾਹਮਣਾਂ ਦੀ ਪੰਗਤ ਲਾਈ, ਉਹ ਖੀਰ ਤੇ ਪ੍ਰਸ਼ਾਦ ਜਿੱਥੇ ਤਿਆਰ ਸੀ ਕੜਾਹੇ ਵਿੱਚ, ਉਹਦੇ ਵਿੱਚ ਇੱਲ ਜਿਹੜੀ ਸੀ ਸੱਪ ਮਰਿਆ ਚੱਕੀ ਆਉਂਦੀ ਸੀ, ਸੁੱਟ ਗਈ। ਉਹ ਸੱਪ ਦੇ ਸੁੱਟਣੇ ਕਰਕੇ ਜ਼ਹਿਰ ਪੈ ਗਈ। ਫਿਰ ਕਹਿੰਦੇ, ਖੀਰ ਨਾ ਵਰਤਾਓ, ਪ੍ਰਸ਼ਾਦ ਵਰਤਾ ਦਿਓ। ਪ੍ਰਸ਼ਾਦ ਵਰਤਾਉਣ ਲੱਗੇ ਤਾਂ ਇੱਲ ਦੇ ਫਿਰ ਝਪਟ ਮਾਰ ਕੇ ਪ੍ਰਸ਼ਾਦ 'ਚ ਸੱਪ ਸੁੱਟ ਦਿੱਤਾ। ਫੁਲਕੇ ਵਰਤਾਉਣ ਲੱਗੇ ਤਾਂ ਦੋ ਇੱਲਾਂ ਦੇ ਆਪਸ ਝਗੜਨੇ ਕਰਕੇ ਸੱਪ ਫੁਲਕਿਆਂ 'ਤੇ ਵੀ ਡਿੱਗ ਗਿਆ, ਅਤੇ ਸਾਰਾ ਖਾਣੇ ਦਾ ਸਮਾਨ ਖਰਾਬ ਹੋਣ ਕਾਰਨ ਉਸ ਸੂਮ ਦੇ ਨਿਮਿੱਤ ਕੀਤਾ ਜੱਗ ਨਿਸਫਲ ਗਿਆ, ਭਾਵ ਵਿਅਰਥ ਗਿਆ। ਇਸ ਤਰ੍ਹਾਂ ਹਜ਼ੂਰ ਫਰਮਾਉਂਦੇ ਹਨ, ਜਿਵੇਂ ਸੂਮ ਦੇ ਦਮੜੇ ਨਿਰਾਰਥ ਜਾਂਦੇ, ਨਿਸਫਲ ਜਾਂਦੇ ਹਨ, ਇਉਂ ਪੁੰਨ ਦਾਨ ਉਹਦੇ ਪੈਸਿਆਂ ਦਾ ਦਾਨ ਵੀ ਹੋ ਨਹੀਂ ਸਕਦਾ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ। ਧਨ ਉਹ ਪੁਰਖ ਹਨ, ਧਨ ਉਹਨਾਂ ਦੇ ਮਾਤਾ ਪਿਤਾ ਹਨ, ਧਨ ਉਹਨਾਂ ਦੀ ਕਮਾਈ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਨਾਨਕ ਤਾਕੈ ਬਲ ਬਲ ਜਾਓ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹਨਾਂ ਤੋਂ ਬਲਹਾਰ ਬਲਹਾਰ ਕੁਰਬਾਨ ਜਾਈਏ, ਸਦਾ ਕੁਰਬਾਨ ਜਾਈਏ। ਰਹਿਤ ਅਵਰ ਕਛ ਅਵਰ ਕਮਾਵਤ। ਦੇਖ ਲਓ, ਰਹਿਣੀ ਅਵਰ ਤਾਂ ਕੁਝ ਹੋਰ ਹੈ, ਰਹਿਣੀ ਅੰਦਰੋਂ ਚੋਰੀ ਜਾਰੀ ਠੱਗੀ ਦੀ ਹੈ, ਤੇ ਉੱਤੋਂ ਸਮਾਧੀਆਂ ਆਦਿ ਲਾ ਕੇ ਬੰਗਲਿਆਂ ਵਾਂਗੂ ਮਾਲਾ ਫੇਰ ਕੇ ਵਿਖਾਉਂਦਾ ਕੁਛ ਹੋਰ ਕਰਕੇ ਹੈ, ਅੰਦਰੋਂ ਕਰਨੀ ਹੋਰ ਹੈ। ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਮਨ 'ਚ ਪ੍ਰੇਮ ਨਹੀਂ, ਮਨ 'ਚ ਪਿਆਰ ਨਹੀਂ, ਮੁੱਖੋਂ ਗੰਢ ਲਾ ਕੇ ਪ੍ਰੇਮ ਦੀਆਂ ਗੱਲਾਂ ਗੰਢ ਕੇ ਲੋਕਾਂ ਨੂੰ ਢਾਈ ਨਾਲ ਢਾਈ ਜੋੜ ਕੇ ਲਾ ਕੇ ਸੁਣਾ ਰਿਹਾ ਹੈ। ਜਾਣਨ ਹਾਰ ਪ੍ਰਭੂ ਪਰਬੀਨ। ਮੇਰਾ ਵਾਹਿਗੁਰੂ ਜਾਣਨ ਵਾਲਾ ਹੈ, ਅੰਤਰਜਾਮੀ ਹੈ, ਘਟ ਕੇ ਅੰਤਰ ਕੀ ਜਾਣਨ ਵਾਲਾ ਪਰਬੀਨ ਚਤੁਰ ਹੈ। ਬਾਹਰ ਭੇਖ ਨਾ ਕਾਹੂ ਭੀਨ। ਜੇ ਕੋਈ ਬਾਹਰੋਂ ਭਾਈ ਭੇਖ ਆਦਿ ਬਣਾ ਲਵੇ, ਕੰਗਾਲ ਆਦਿ ਰਾਜੇ ਦਾ ਰਾਜਾ ਤਾਂ ਨਹੀਂ ਬਣ ਜਾਂਦਾ। ਇਉਂ ਬ੍ਰਹਮ ਗਿਆਨੀਆਂ ਵਾਲਾ ਬਾਹਰੋਂ ਭੇਖ ਬਣਾ ਕੇ ਬੈਠ ਜਾਵੇ, ਪਰਮੇਸ਼ਰ ਭਿੱਜਦਾ ਨਹੀਂ ਬਾਹਰਲਿਆਂ ਭੇਖਾਂ ਤੋਂ। ਅੰਦਰੋਂ ਜਿੰਨਾ ਚਿਰ ਵਾਸ਼ਨਾ ਆਦਿਕ ਮਿਟੀ ਨਹੀਂ ਹੈ। ਅਵਰ ਉਪਦੇਸੈ ਆਪ ਨ ਕਰੈ। ਜਿਹੜਾ ਜਜਮਾਨ ਬਣ ਕੇ, ਗਿਆਨੀ ਬਣ ਕੇ, ਪੰਡਿਤ ਬਣ ਕੇ ਹੋਰਨਾਂ ਨੂੰ ਉਪਦੇਸ਼ ਦੇਵੇ, ਆਪ ਨਾ ਕਮਾਈ ਕਰੇ। ਆਵਤ ਜਾਵਤ ਜਨਮੈ ਮਰੈ। ਉਹ ਆਉਂਦਾ ਜਾਂਦਾ ਹਮੇਸ਼ਾ ਜੰਮਦਾ ਮਰਦਾ ਰਹੇਗਾ। ਜਿਵੇਂ ਰਤਨ ਸਿੰਘ ਮਹਿਬੂਰਪੁਰੇ ਦਾ ਸੀ, ਉਸਨੇ ਸੰਤਾਂ ਪਾਸ ਇਸ ਤੁਕ 'ਤੇ ਦਮਦਮਾ ਸਾਹਿਬ ਸਵਾਲ ਕੀਤਾ। ਕਹਿਣ ਲੱਗਾ, ਮਹਾਰਾਜ, ਜਿਹੜਾ ਕੋਈ ਆਪ ਸਿੱਖ ਨਾ ਹੋਵੇ
ਤੇ ਦੂਜੇ ਨੂੰ ਸਿੱਖ ਬਣਾ ਦੇਵੇ, ਉਹਦਾ ਪਰਉਪਕਾਰ ਨਹੀਂ ਹੁੰਦਾ। ਚਤੁਰਾਈ ਨਾਲ ਬੋਲਿਆ। ਹੱਸ ਪਏ ਸੰਤ ਮਹਾਰਾਜ। ਉੱਤਰ ਦਿੱਤਾ, ਕਹਿੰਦੇ, ਭਾਈ ਤੈਨੂੰ ਦੱਸਦੇ ਹਾਂ। ਜਿਵੇਂ ਪੇਖੇ ਬਿੰਜਨ ਭਰੋਸਨ ਹਾਰੈ, ਜਿਨ ਭੋਜਨ ਕੀਨੋ ਤੇ ਤ੍ਰਿਪਤਾਰੈ। ਭੋਜਨ ਅਨੇਕ ਪ੍ਰਕਾਰ ਦੇ ਬਣੇ ਆ। ਪਰੋਸਣ ਵਾਲਿਆਂ ਸਾਰਿਆਂ ਨੇ ਦਰਸ਼ਨ ਕੀਤੇ, ਪ੍ਰਸ਼ਾਦ ਦੇ, ਪੂਰੀਆਂ ਦੇ, ਖੀਰ ਦੇ, ਪਰ ਜਿਨ੍ਹਾਂ ਨੇ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਿਆ, ਰੱਜੇ ਉਹ ਹੀ ਨਾ। ਵਰਤਾਉਣ ਵਾਲਾ ਰੱਜੂ ਉਦੋਂ ਜਦੋਂ ਆਪ ਛਕੇਗਾ, ਓਨਾ ਚਿਰ ਉਹਦਾ ਰੱਜ ਨਹੀਂ ਹੋਣਾ। ਇਸੇ ਪ੍ਰਕਾਰ ਜੰਮਣ ਮਰਨ ਦਾ ਉਪਦੇਸ਼ ਕਰਨ ਵਾਲੇ ਦਾ ਉਪਕਾਰ ਤਾਂ ਬੜਾ ਹੈ, ਪਰ ਜੰਮਣ ਮਰਨ ਉਹਦਾ ਉਦੋਂ ਮਿਟੂਗਾ ਜਦੋਂ ਆਪ ਕਮਾਵੇਗਾ। ਇਸ ਕਰਕੇ ਆਪ ਕਮਾਏ ਬਗੈਰ ਮੁਕਤ ਨਹੀਂ ਹੋ ਸਕਦਾ। ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਕਮਾਈ ਕਰਦਾ, ਉਹ ਜੰਮਣ ਮਰਨ ਤੋਂ ਛੁੱਟ ਨਹੀਂ ਸਕਦਾ। ਉਹ ਜਨਮ ਧਾਰ ਕੇ ਆਉਂਦਾ ਰਹੇਗਾ, ਮਰ ਕੇ ਜਾਂਦਾ ਰਹੇਗਾ। ਜਦੋਂ ਆਪ ਕਮਾਵੇਗਾ, ਉਸ ਵੇਲੇ ਨਿਹਾਲ ਹੋਵੇਗਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਜਿਨ੍ਹਾਂ ਦੇ ਹਿਰਦੇ ਅੰਦਰ ਭਾਈ ਨਿਰੰਕਾਰ ਪਰਮੇਸ਼ਰ ਵਸ ਜਾਂਦਾ ਹੈ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਭਾਈ ਜਿਹੜੀ ਚਾਲੀ ਹੈ, ਮਰਿਆਦਾ ਰੂਪੀ ਸਿੱਖਿਆ ਹੈ, ਉਹਦੇ ਅਨੁਸਾਰ ਚੱਲ ਕੇ, ਅੰਮ੍ਰਿਤ ਵੇਲੇ ਦਾ ਉੱਠਣਾ ਵੇਖ ਕੇ, ਸਿਮਰਨ 'ਚ ਜੁੜਿਆ ਵੇਖ ਕੇ, ਉਹ ਸੁੱਤੇ ਹੀ ਬਚਨ ਕਰ ਦੇਵੇ। ਉਹਦੀ ਸਿੱਖਿਆ ਨਾਲ ਸਾਰਾ ਸੰਸਾਰ ਤਰ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਇੰਨੀ ਵੱਡੀ ਕਰਨੀ ਪ੍ਰਧਾਨ ਹੈ। ਜਿਹੜਾ ਕਮਾਈ ਕਰੇਗਾ ਆਪ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਇਹ ਸੱਚੇ ਪਾਤਸ਼ਾਹ ਜੋ ਆਪ ਜੀ ਨੂੰ ਭਾ ਗਏ ਆ, ਚੰਗੇ ਲੱਗੇ ਆ, ਭਾਣਾ ਮੰਨਦੇ ਆ, ਉਹਨਾਂ ਨੂੰ ਮੇਰੇ ਵਾਹਿਗੁਰੂ ਨੇ ਆਪ ਜੀ ਦੇ ਤਾਈਂ ਜਾਣ ਲਿਆ ਹੈ। ਨਾਨਕ ਓਨ ਜਨ ਚਰਨ ਪਰਾਤਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹਨਾਂ ਜਨਾਂ ਦੇ ਚਰਨੀ ਅਸੀਂ ਪ੍ਰਾਪਤ ਹੁੰਦੇ ਹਾਂ। ਧੰਨ ਉਹ ਪੁਰਖ ਹਨ ਜਿਨ੍ਹਾਂ ਪੁਰਖਾਂ ਦੇ ਚਰਨੀ ਲੱਗ ਕੇ ਪਰਮੇਸ਼ਰ ਜੀ ਪ੍ਰਾਪਤ ਹੁੰਦੇ ਹਨ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਇਹ ਭਾਈ ਵਾਹਿਗੁਰੂ ਅੱਗੇ ਪ੍ਰਾਰਥਨਾ ਕਰੋ ਆਪ ਦੇ ਛੁਟਕਾਰੇ ਵਾਸਤੇ। ਪਰਮੇਸ਼ਰ ਘਟ ਘਟ ਦੇ ਅੰਤਰ ਦੀ ਜਾਣਨ ਵਾਲਾ, ਸਭ ਕੁਝ ਜਾਣ ਰਿਹਾ ਸਾਡੀ ਹਾਲਤ ਨੂੰ। ਆਪਣਾ ਕੀਆ ਆਪਹਿ ਮਾਨੈ। ਇੱਥੇ ਸਾਧ ਸੰਗਤ ਜੀ ਆਪਣਾ ਕੀਆ ਆਪਹਿ ਮਾਨੈ ਕਹਿਣਾ ਹੈ, ਮਾਨੇ ਨਹੀਂ ਕਹਿਣਾ, ਕਿਉਂਕਿ ਦੁਲਾਵਾਂ ਲੱਗੀਆਂ ਨੰਨੇ ਨੂੰ। ਮਾਨੈ ਜਿਨ੍ਹਾਂ ਨੂੰ ਆਪ ਦਾ ਸੇਵਕ ਬਣਾ ਲਿਆ ਨਾ ਮੇਰੇ ਵਾਹਿਗੁਰੂ ਨੇ, ਉਹਨਾਂ ਦੀ ਬੇਨਤੀ ਨੂੰ ਆਪ ਹੀ ਮੰਨ ਲੈਂਦਾ ਹੈ। ਜਿਹੜਾ ਮਨੋ ਤਨੋ ਪਰਮੇਸ਼ਰ ਦਾ ਬਣ ਜਾਏ, ਉਹਨੂੰ ਆਪਣਾ ਬਣਾ ਲਿਆ ਉਹਨੇ, ਤੇ ਉਹਦੀ ਬੇਨਤੀ ਕਰੀ ਹੋਈ। ਜੋ ਕਿਛ ਕਰੈ ਸੋਈ ਪ੍ਰਭ ਮਾਨੈ। ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ। ਜਿਨ ਪ੍ਰਭ ਕੇ ਚਰਨ ਪਰਾਤੇ। ਆਪ ਹੀ ਆਪ ਦੇ ਕੀਤੇ ਜਿਹੜੇ ਪਿਆਰੇ, ਉਹਨਾਂ ਦੀ ਮੰਨਦਾ ਹੈ। ਆਪਹਿ ਆਪ ਆਪ ਕਰਤ ਨਬੇਰਾ। ਆਪ ਹੀ ਜੀਵ ਰੂਪ ਹੈ, ਆਪ ਹੀ ਈਸ਼ਰ ਰੂਪ ਹੈ, ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਜੰਮਣ ਮਰਨ ਦਾ ਨਿਬੇੜਾ ਕਰਨ ਵਾਲਾ ਹੈ। ਆਪੇ ਆਪ ਪਿੱਛੇ ਸੀ, ਆਪੇ ਆਪ ਹੁਣ ਹੈ, ਆਪੇ ਆਪ ਅੱਗੇ ਨੂੰ ਹੋਵੇਗਾ। ਆਪ ਹੀ ਗੁਰਸਿੱਖਾਂ ਦਾ ਜੰਮਣ ਮਰਨ ਦਾ ਨਿਬੇੜਾ ਕਰ ਦੇਵੇਗਾ। ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਜਿਵੇਂ ਕਈਆਂ ਨੂੰ ਦੂਰ ਨਿਆਇਕ, ਜਿਵੇਂ ਇੱਕ ਦੇਸੀ ਪਰਮੇਸ਼ਰ ਨੂੰ ਮੰਨਦੇ ਆ, ਵਿਦਾਂਤੀ ਉਸ ਨੂੰ ਸਦਾ ਨੇੜੇ ਸਮਝਦੇ ਆ। ਮਨਮੁਖ ਜਿਹੜੇ ਆ, ਜਨਮ ਭੋਗ ਕਰਕੇ ਤੇ ਜਦੋਂ ਸ਼ਰਧਾ ਆਉਂਦੀ ਹੈ ਉਦੋਂ ਉਹਨਾਂ ਨੂੰ ਜਣਾਉਂਦਾ ਹੈ। ਜਿਹੜੇ ਸ਼ਰਧਾਲੂ ਹੁੰਦੇ ਆ, ਉਹਨਾਂ ਨੂੰ ਨੇੜੇ ਹੀ ਨਿਰਣਾ ਕਰਕੇ ਸਮਝਾ ਦਿੰਦਾ ਹੈ। ਦੇਸ ਕਾਲ ਵਸਤੂ ਕਿਸੇ ਦੂਰ ਦੱਸਦਾ ਹੈ, ਕਿਸੇ ਨੂੰ ਨੇੜੇ ਸਰਬ ਕਾ ਆਤਮਾ ਰੂਪ ਹੈ। ਐ ਸੁਝਾ ਦਿੰਦਾ ਹੈ, ਸਮਝਾ ਦਿੰਦਾ ਹੈ।
ਉਪਾਵ ਸਿਆਣਪ ਸਗਲ ਤੇ ਰਹਿਤ। ਸਰੀਰ ਕਰਕੇ ਜਿਹੜੇ ਉਪਾਵ ਕਰਨੇ ਆ, ਧੂਣੀਆਂ ਤੌਣੀਆਂ ਜਲ ਧਾਰਾ ਕਰਨੀ, ਬੁੱਧੀ ਕਰਕੇ ਸ਼ਾਸਤਰਾਂ ਦੇ ਗਿਆਨ ਦੀ ਸਿਆਣਪ ਕਰਨੀ, ਇਹਨਾਂ ਸਾਰਿਆਂ ਕਰਕੇ ਪ੍ਰਾਪਤ ਨਹੀਂ ਹੁੰਦਾ। ਇਹਨਾਂ ਤੋਂ ਰਹਿਤ ਹੈ ਉਹ ਪਰਮਾਤਮਾ। ਸਭ ਕਛ ਜਾਣੈ ਆਤਮ ਕੀ ਰਹਿਤ। ਉਹ ਪਰਮੇਸ਼ਰ ਸਾਡੇ ਮਨ ਦੀ ਜਿਹੜੀ ਰਹਿਣੀ ਹੈ ਨਾ, ਜੇਕਰ ਵਿਕਾਰੀ ਮਨ ਹੈ ਵਿਕਾਰੀ ਜਾਣਦਾ ਹੈ, ਜੇ ਸ਼ੁੱਧ ਮਨ ਹੈ ਸ਼ੁੱਧ ਜਾਣਦਾ ਹੈ। ਇਉਂ ਜਿਹੋ ਜਿਹੀ ਸਾਡੇ ਮਨ ਦੀ ਰਹਿਣੀ ਹੈ, ਮਰਿਆਦਾ ਹੈ, ਅੰਦਰਲਾ ਜੀਵਨ ਹੈ, ਉਹ ਸਭ ਕੁਝ ਜਾਣਦਾ ਹੈ। ਜਿਸ ਭਾਵੈ ਤਿਸ ਲਏ ਲੜ ਲਾਏ। ਜਿਸ ਨੂੰ ਭਾਵਨਾ ਮਹਾਰਾਜ ਦੀ ਹੋਵੇਗੀ, ਜਿਸ ਦੀ ਭਗਤੀ ਭਾ ਜਾਵੇਗੀ, ਉਸ ਨੂੰ ਆਪ ਦੀ ਸ਼ਰਨ ਰੂਪੀ ਲੜ 'ਚ ਲਾ ਲਵੇਗਾ, ਪੱਲੇ 'ਚ ਲਾ ਲਵੇਗਾ, ਉਪਦੇਸ਼ ਦੇ ਵਿੱਚ ਲਾ ਲਵੇਗਾ। ਥਾਨ ਥਨੰਤਰ ਰਹਿਆ ਸਮਾਏ। ਸਤਿਗੁਰੂ ਜੀ ਕਹਿੰਦੇ ਉਹ ਮਕਾਨੇ 'ਚ ਸਾਰੇ ਭਾਈ ਸਮਾ ਰਿਹਾ ਹੈ, ਵਿਆਪਕ ਹੈ ਔਰ ਵਿਆਪਕ ਹੋ ਰਿਹਾ ਹੈ। ਸੋ ਸੇਵਕ ਜਿਸ ਕਿਰਪਾ ਕਰੀ। ਮਹਾਰਾਜ ਦਾ ਸੇਵਕ ਉਹ ਬਣਿਆ ਜਿਸ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਨਿਮਖ ਨਿਮਖ ਜਪ ਨਾਨਕ ਹਰੀ। ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕੀ ਕਹੀਏ, ਸਾਰੇ ਕਹਿੰਦੇ ਸਾਡੇ ਤੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਕਿਰਪਾ ਦਾ ਫਲ ਇਹ ਹੈ ਭਾਈ, ਅੱਖ ਦੇ ਖੁੱਲ੍ਹਣ ਮੀਚਣ 'ਚ, ਰੱਤੀ ਰੱਤੀ ਕਾਲ 'ਚ ਮਹਾਰਾਜ ਹਰੀ ਦਾ ਨਾਮ ਜਿਹੜਾ ਜਪਦੇ ਹਨ, ਉਹਨਾਂ 'ਤੇ ਕਿਰਪਾ ਹੈ ਤੇ ਉਹ ਪਰਮੇਸ਼ਰ ਦੇ ਸੇਵਕ ਬਣਦੇ ਹਨ। ਸੋ ਇਹ ਸੀ ਸਾਧ ਸੰਗਤ ਜੀ ਪੰਜਵੀਂ ਅਸ਼ਟਪਦੀ ਦੀ ਸੰਪੂਰਨਤਾ ਤੱਕ ਵਿਚਾਰ। ਔਰ ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ, ਗੁਰਬਾਣੀ ਸਾਹਿਬ ਜੀ ਨੂੰ ਗਾਉਂਦਿਆਂ ਔਰ ਲਗਾ ਮਾਤਰਾ ਪੜ੍ਹਦਿਆਂ, ਸ਼ੁੱਧ ਬਾਣੀ ਪੜ੍ਹਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਦਾਸ ਅਣਜਾਣ ਬੱਚਾ ਜਾਣ ਕੇ ਆਪ ਸੰਗਤ ਨੇ, ਰੱਬ ਵਰਗੀ ਸੰਗਤ ਨੇ ਮੁਆਫ ਕਰ ਦੇਣਾ ਜੀ। ਸੋ ਗੁਰੂ ਸਾਹਿਬ ਜੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ। ਸਾਨੂੰ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣ, ਚੜ੍ਹਦੀਆਂ ਕਲਾ ਬਖਸ਼ਣ। ਆਓ ਇਸ ਪੰਜਵੀਂ ਅਸ਼ਟਪਦੀ ਦੀਆਂ ਸੰਪੂਰਨਤਾ ਵਾਲੀਆਂ, ਸਮਾਪਤੀ ਵਾਲੀਆਂ ਪੰਕਤੀਆਂ ਅਸੀਂ ਗਾ ਕੇ ਔਰ ਸਰਵਣ ਕਰ ਲਈਏ। ਸੋ ਸੇਵਕ ਜਿਸ ਕਿਰਪਾ ਕਰੀ। ਨਿਮਖ ਨਿਮਖ ਜਪ ਨਾਨਕ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।